ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਕੰਮ ਸੰਬੰਧੀ ਇਸ ਸਮੇਂ ਨਹੀਂ ਹੋ ਰਿਹਾ ਕੋਈ ਹੋਰ ਵੱਡਾ ਐਲਾਨ, ਦੱਸਾਂਗੇ ਕਿਉਂ। ਕੈਨੇਡਾ ਅਫਗਾਨਾਂ ਦੀ ਕਿਸ ਤਰ੍ਹਾਂ ਕਰ ਰਿਹਾ ਹੈ ਮਦਦ ਤੇ ਇਮੀਗ੍ਰੇਸ਼ਨ ਫਰਾਡ ਸੰਬੰਧੀ ਕਿਹਨਾਂ ਨੂੰ ਸਾਵਧਾਨ ਹੋਣ ਦੇ ਲਈ ਕਿਹਾ, ਇਹ ਵੀ ਖਬਰਾਂ ਦੇ ਵਿੱਚ ਦੱਸਾਂਗੇ। ਜਸਟਿਨ ਟਰੂਡੋ ਨੇ ਅੱਜ ਕਾਨਫਰੰਸ ਦੇ ਰਾਹੀਂ ਕਿਹੜੀਆਂ ਗੱਲਾਂ ਕਹੀਆਂ, ਖਬਰਾਂ ਦੇ ਵਿੱਚ ਦੇਖੋ। ਚੋਣ ਪ੍ਰਚਾਰ ਦੇ ਲਈ ਅਲਬਰਟਾ ਪਹੁੰਚੇ ਜਗਮੀਤ ਸਿੰਘ, ਜਿਨ੍ਹਾਂ ਨੇ ਉੱਥੇ ਕੀ ਕੁਝ ਕਿਹਾ, ਇਸ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਓਨਟਾਰੀਓ ਵਿੱਚ ਵਿਧਾਇਕ ਨੇ ਟੀਕੇ ਲਗਾਉਣ ਤੋਂ ਕੀਤਾ ਇਨਕਾਰ ਤਾਂ ਡਗ ਫੋਰਡ ਨੇ ਆਪਣੀ ਪਾਰਟੀ ਦੇ ਵਿੱਚੋਂ ਕੱਢਿਆ। ਕਿਰਾਏਦਾਰਾਂ ਤੋਂ ਕਿਸ ਤਰ੍ਹਾਂ ਵਾਧੂ ਪੈਸੇ ਵਸੂਲ ਰਹੇ ਨੇ ਕਈ ਮਕਾਨ ਮਾਲਕ, ਇਸ ਦੇ ਕਈ ਮਾਮਲੇ ਸਾਹਮਣੇ ਆਏ, ਖਬਰਾਂ ਵਿੱਚ ਦੇਖੋ ਇਸ ਦੇ ਬਾਰੇ ਪੂਰੀ ਜਾਣਕਾਰੀ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ 3000 ਜਣਿਆਂ ਨੂੰ ਭੇਜੇ ਪੀਆਰ ਦੇ ਲਈ ਇਨਵੀਟੇਸ਼ਨ। ਸਤਿ ਸ਼੍ਰੀ ਅਕਾਲ, ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਆਖਿਰ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਸਮੇਂ ਕੋਈ ਵੱਡਾ ਫੈਸਲਾ ਜਾਂ ਐਲਾਨ ਕਿਉਂ ਨਹੀਂ ਕੀਤਾ ਜਾ ਰਿਹਾ। ਦਰਅਸਲ ਇਸ ਦੇ ਪਿੱਛੇ ਮੁੱਖ ਕਾਰਨ ਇਹ ਹੈ ਕਿ ਜੋ ਇਸ ਸਮੇਂ ਕੈਨੇਡਾ ਵਿੱਚ ਚੋਣਾਂ ਆ ਰਹੀਆਂ ਨੇ, ਪਾਰਲੀਮੈਂਟ ਨੂੰ ਭੰਗ ਕਰ ਦਿੱਤਾ ਗਿਆ ਹੈ, ਜਿਸ ਕਰਕੇ ਇਮੀਗ੍ਰੇਸ਼ਨ ਮੰਤਰੀ ਜਾਂ ਫਿਰ ਕੈਨੇਡਾ ਸਰਕਾਰ ਦੇ ਵੱਲੋਂ ਕੋਈ ਵੀ ਇਸ ਸਮੇਂ ਵੱਡਾ ਫੈਸਲਾ ਨਹੀਂ ਲਿਆ ਜਾ ਸਕਦਾ। ਜਿਹੜੇ ਫੈਸਲੇ ਲਏ ਜਾ ਸਕਦੇ ਨੇ ਉਹ ਵੀ ਇਸ ਕਰਕੇ ਕਿ ਜੇਕਰ ਕੋਈ ਐਮਰਜੈਂਸੀ ਦੇ ਵਿੱਚ ਜ਼ਰੂਰੀ ਫੈਸਲਾ ਕੀਤਾ ਜਾਣਾ ਹੋਵੇ ਜਾਂ ਜ਼ਰੂਰੀ ਐਲਾਨ ਕੀਤਾ ਜਾਣਾ ਹੋਵੇ, ਉਹ ਕੀਤਾ ਜਾ ਸਕਦਾ ਹੈ। ਪਰ ਇਸ ਸਮੇਂ ਜਿਹੜੇ ਵੀ ਮੰਤਰੀ ਨੇ ਤੇ ਰਾਜਨੀਤਿਕ ਆਗੂ ਨੇ, ਉਹ ਚੋਣ ਪ੍ਰਚਾਰ ਦੇ ਵਿੱਚ ਕਾਫੀ ਜ਼ਿਆਦਾ ਮਸ਼ਰੂਫ ਨੇ। ਜੋ ਇਸ ਸਮੇਂ ਲਗਾਤਾਰ ਫਾਈਲਾਂ ਦੀ ਪ੍ਰਕਿਰਿਆ ਹੌਲੀ ਹੋਣ ਦੇ ਬਾਰੇ, ਸਪਾਊਸਲ ਸਪਾਂਸਰਸ਼ਿਪ, ਸਪਾਊਸਲ ਵਰਕ ਪਰਮਿਟ ਤੇ ਇਸ ਦੇ ਨਾਲ ਹੀ ਪੀਆਰ ਦੀਆਂ ਫਾਈਲਾਂ ਜਿਨ੍ਹਾਂ ਨੇ ਲਾਈਆਂ ਹੋਈਆਂ ਨੇ ਜਾਂ ਹੋਰ ਵਰਕ ਪਰਮਿਟ ਲਾਏ ਹੋਏ ਨੇ, ਉਸ ਦੀ ਪ੍ਰਕਿਰਿਆ ਦੇ ਬਾਰੇ ਬਾਰ-ਬਾਰ ਸਵਾਲ ਪੁੱਛੇ ਜਾ ਰਹੇ ਨੇ। ਉਸ ਦੇ ਬਾਰੇ ਫਿਲਹਾਲ ਉਹਨਾਂ ਦੇ ਵੱਲੋਂ ਕੋਈ ਠੋਸ ਜਾਣਕਾਰੀ ਜਾਂ ਜਵਾਬ ਨਹੀਂ ਦਿੱਤਾ ਜਾ ਸਕਦਾ। ਜੋ ਇਸ ਸਮੇਂ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪ੍ਰਕਿਰਿਆ ਚਲਾਈ ਜਾ ਰਹੀ ਹੈ ਉਹ ਉਸੇ ਤਰ੍ਹਾਂ ਚੱਲੇਗਾ। ਖਾਸ ਤੌਰ ਦੇ ਉੱਤੇ 20 ਸਤੰਬਰ ਤੱਕ, ਜਦੋਂ ਤੱਕ ਕੈਨੇਡਾ ਦੇ ਵਿੱਚ ਚੋਣ ਨਤੀਜੇ ਨਹੀਂ ਆ ਜਾਂਦੇ, ਚੋਣਾਂ ਹੋਣ ਤੋਂ ਬਾਅਦ ਇਸ ਸਮੇਂ ਜ਼ਿਆਦਾਤਰ ਧਿਆਨ ਸਾਰਿਆਂ ਦਾ ਚੋਣਾਂ ਦੇ ਉੱਤੇ ਕੇਂਦਰਿਤ ਹੈ। ਬਾਕੀ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪ੍ਰਕਿਰਿਆ ਚਲਾਈ ਜਾ ਰਹੀ ਹੈ ਪੀਆਰ ਨੂੰ ਲੈ ਕੇ ਜਾਂ ਜਿਹੜੀ ਫਾਈਲਾਂ ਦੀ ਹੋਰ ਪ੍ਰਕਿਰਿਆ ਹੈ, ਉਹ ਉਸੇ ਤਰ੍ਹਾਂ ਚੱਲ ਰਹੀ ਹੈ ਜਿਹੜੀ ਰਫ਼ਤਾਰ ਦੇ ਵਿੱਚ ਪਹਿਲਾਂ ਚੱਲ ਰਹੀ ਸੀ। ਤੇ ਇਸ ਦੇ ਉੱਤੇ ਜੇਕਰ ਕੋਈ ਜਾਣਕਾਰੀ ਵੀ ਸਾਹਮਣੇ ਆਵੇਗੀ ਤਾਂ ਤੁਹਾਨੂੰ ਅਸੀਂ ਦੱਸਾਂਗੇ। ਅੱਗੇ ਕਿ ਇਸ ਸਮੇਂ ਪਹਿਲ ਦੇ ਆਧਾਰ ਦੇ ਉੱਤੇ ਜੋ ਐਲਾਨ ਵੀ ਹੋ ਰਹੇ ਨੇ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ, ਖਾਸ ਤੌਰ ਦੇ ਉੱਤੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਫਗਾਨੀਆਂ ਨੂੰ ਲੈ ਕੇ ਇਸ ਸਮੇਂ, ਕਿਉਂਕਿ ਜੋ ਅਫਗਾਨਿਸਤਾਨ ਦੇ ਵਿੱਚ ਹਾਲਾਤ ਬਣੇ ਹੋਏ ਨੇ, ਜਿਹੜੇ ਅਫਗਾਨੀ ਨੇ ਉਹ ਉੱਥੋਂ ਤੋਂ ਬਾਹਰ ਨਿਕਲਣਾ ਚਾਹੁੰਦੇ ਨੇ, ਜਿਸ ਕਰਕੇ ਮਦਦ ਦੀ ਜੋ ਮੰਗ ਕਰ ਰਹੇ ਨੇ, ਉਹਨਾਂ ਦੀ ਮਦਦ ਦੇ ਵਾਸਤੇ ਕੈਨੇਡਾ ਦੇ ਵੱਲੋਂ ਜਹਾਜ਼ ਵੀ ਭੇਜੇ ਗਏ ਨੇ, ਜਿਸ ਦੇ ਬਾਰੇ ਜਸਟਿਨ ਟਰੂਡੋ ਨੇ ਵੀ ਜਾਣਕਾਰੀ ਦਿੱਤੀ ਹੈ ਤੇ ਇਮੀਗ੍ਰੇਸ਼ਨ ਮੰਤਰੀ ਨੇ ਵੀ। ਜਿਸ ਮੌਕੇ ਉਹਨਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜੋ ਸਮੇਂ-ਸਮੇਂ ਦੇ ਉੱਤੇ ਉੱਥੇ ਤੋਂ ਵਿਅਕਤੀਆਂ ਨੂੰ ਕੱਢ ਕੇ ਲਿਆਂਦਾ ਵੀ ਜਾ ਰਿਹਾ ਹੈ, ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਕੈਨੇਡਾ ਦੇ ਅਧਿਕਾਰੀ ਤੇ ਫੌਜ ਦੇ ਲਈ ਅਫਗਾਨਿਸਤਾਨ 'ਚ ਕੰਮ ਕੀਤਾ ਸੀ, ਉਹਨਾਂ ਪਰਿਵਾਰਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਉੱਥੇ ਤੋਂ ਕੱਢਿਆ ਗਿਆ ਹੈ, ਜਿਨ੍ਹਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਤੇ ਰਿਫਿਊਜੀਆਂ ਦੇ ਵਜੋਂ ਉਹ ਕੈਨੇਡਾ ਦੇ ਵਿੱਚ ਪਨਾਹ ਲੈ ਰਹੇ ਨੇ। Canadian Armed Forces assets and personnel have arrived on the ground to coordinate at the tactical level with the US and with our allied partners. This will help get Canadians, Afghan nationals and their families to safety. 2 Canadian Armed Forces C-17s will be making regular flights into Kabul to support evacuation efforts. ਜਿਸ ਦੇ ਉੱਤੇ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਕੈਨੇਡਾ ਜਿੰਨੀ ਜ਼ਿਆਦਾ ਹੋ ਸਕਦਾ ਹੈ ਅਫਗਾਨੀਆਂ ਦੀ ਇਸ ਸਮੇਂ ਮਦਦ ਕਰ ਰਿਹਾ ਹੈ, ਜਿੰਨੀ ਵੀ ਉਹ ਕਰ ਸਕਦੇ ਨੇ, ਇਸ ਦੇ ਉੱਤੇ ਅੱਗੇ ਵੀ ਹੋਰ ਮਦਦ ਕੀਤੀ ਜਾਵੇਗੀ। ਖਾਸ ਤੌਰ ਦੇ ਉੱਤੇ ਔਰਤਾਂ, ਬੱਚੀਆਂ ਤੇ ਅਜਿਹੇ ਲੋਕ ਜਿਹੜੇ ਕਿ ਜ਼ਿਆਦਾ ਲੋੜਵੰਦ ਨੇ, ਕਮਜ਼ੋਰ ਨੇ, ਕਿ ਉਹ ਆਪਣੀ ਆਪ ਮਦਦ ਨਹੀਂ ਕਰ ਸਕਦੇ, ਉਹਨਾਂ ਦੀ ਮਦਦ ਦੇ ਵਾਸਤੇ ਕੈਨੇਡਾ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ। ਤਾਂ ਉਧਰ ਜਸਟਿਨ ਟਰੂਡੋ ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹੁੰਚੇ ਹੋਏ ਨੇ, ਕੱਲ੍ਹ ਉਹ ਵੈਨਕੂਵਰ ਵਿੱਚ ਸਨ ਤੇ ਅੱਜ ਉਹਨਾਂ ਨੇ ਵਿਕਟੋਰੀਆ ਦੇ ਵਿੱਚ ਇੱਕ ਐਲਾਨ ਕੀਤਾ, ਜਿਸ ਦੇ ਵਿੱਚ ਵਾਅਦਾ ਵੀ ਕੀਤਾ ਗਿਆ ਸੀਨੀਅਰਸ ਦੇ ਵਾਸਤੇ, ਬਜ਼ੁਰਗਾਂ ਦੀ ਮਦਦ ਤੇ ਉਹਨਾਂ ਦੀ ਸੰਭਾਲ ਦੇ ਵਾਸਤੇ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਕਈ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ। ਤਾਂ ਉਧਰ ਜਗਮੀਤ ਸਿੰਘ ਚੋਣ ਪ੍ਰਚਾਰ 'ਚ ਜੋ ਜੁਟੇ ਹੋਏ ਨੇ ਤਾਂ ਉਹ ਐਡਮੰਟਨ ਪਹੁੰਚੇ ਤੇ ਅਲਬਰਟਾ ਵਿੱਚ ਜਾ ਕੇ ਜਗਮੀਤ ਸਿੰਘ ਦੇ ਵੱਲੋਂ ਸਿਹਤ ਸੇਵਾਵਾਂ ਤੇ ਸਿਹਤ ਪੱਖੋਂ ਮਦਦ ਦੇ ਸੰਬੰਧੀ ਵਾਅਦਾ ਕੀਤਾ ਗਿਆ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਸਾਲ 2019 ਦੀਆਂ ਚੋਣਾਂ ਵੀ ਹੋਈਆਂ ਸੀ ਤਾਂ ਚੋਣ ਪ੍ਰਚਾਰ ਦੌਰਾਨ ਜਗਮੀਤ ਸਿੰਘ ਦੇ ਵੱਲੋਂ ਸਿਹਤ ਸੇਵਾਵਾਂ ਸੰਬੰਧੀ ਕਈ ਵਾਅਦੇ ਉਸ ਸਮੇਂ ਵੀ ਕੀਤੇ ਜਾ ਰਹੇ ਸਨ ਤੇ ਉਸ ਨੂੰ ਲੈ ਕੇ ਇਸ ਸਮੇਂ ਵੀ ਜਗਮੀਤ ਸਿੰਘ ਦੇ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਤੇ ਸੇਵਾਵਾਂ ਤੇ ਹੋਰ ਜ਼ਿਆਦਾ ਸਹੂਲਤਾਂ ਦੇ ਵਾਸਤੇ ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਦੀ NDP ਸਰਕਾਰ ਆਉਂਦੀ ਹੈ
ਤਾਂ ਸਿਹਤ ਪੱਖੋਂ ਸੇਵਾਵਾਂ ਦੇ ਵਿੱਚ ਮਦਦ ਦੇਣ ਦੇ ਲਈ ਉਹਨਾਂ ਦੇ ਵੱਲੋਂ ਹੋਰ ਜ਼ਿਆਦਾ ਨਿਵੇਸ਼ ਤੇ ਕੰਮ ਕੀਤਾ ਜਾਵੇਗਾ। ਜਿਸ ਵਿੱਚ ਜਗਮੀਤ ਸਿੰਘ ਇਹ ਦਾਅਵਾ ਵੀ ਪਹਿਲਾਂ ਕਈ ਵਾਰ ਕਰ ਚੁੱਕੇ ਨੇ ਕਿ ਜਸਟਿਨ ਟਰੂਡੋ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਲੋਕਾਂ ਨੂੰ ਇਸ ਸੰਬੰਧੀ ਮਦਦ ਦੇਣ ਦੇ ਵਿੱਚ, ਪਰ ਜੇਕਰ ਹੁਣ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਇਸ ਉੱਤੇ ਕੰਮ ਕੀਤਾ ਜਾਵੇਗਾ। ਅੱਗੇ ਜਾਣਕਾਰੀ ਕਿ ਓਨਟਾਰੀਓ ਵਿੱਚ ਜਿਵੇਂ ਇਸ ਸਮੇਂ ਟੀਕਿਆਂ ਨੂੰ ਲਾਜ਼ਮੀ ਕੀਤੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਵੱਖ-ਵੱਖਰੇ ਵਿਭਾਗਾਂ ਦੇ ਵਾਸਤੇ ਜਿਹੜੇ ਐਲਾਨ ਕੀਤੇ ਗਏ ਨੇ, ਟੀਕੇ ਲਾਜ਼ਮੀ ਕੀਤੇ ਗਏ ਨੇ, ਤਾਂ ਉਧਰ ਓਨਟਾਰੀਓ ਸਰਕਾਰ ਦੇ ਵਿੱਚ ਇੱਕ ਵਿਧਾਇਕ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਡਗਫੋਰਡ ਦੇ ਵੱਲੋਂ, ਜਿਸ ਦੇ ਵੱਲੋਂ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਓਨਟਾਰੀਓ ਤੋਂ ਇੱਕ ਵਿਧਾਇਕ ਨੇ ਕੋਵਿਡ-19 ਦੇ ਟੀਕੇ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਡਗਫੋਰਡ ਨੇ ਆਪਣੀ ਪਾਰਟੀ ਦੇ ਵਿੱਚੋਂ ਹੀ ਕੱਢ ਦਿੱਤਾ ਹੈ, ਜਿਸ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਟੋਰਾਂਟੋ ਦੇ ਚੈਂਟਮ ਕੈਂਟ ਲਿਮਿੰਗਟਨ ਤੋਂ ਵਿਧਾਇਕ ਰਿਕ ਨਿਕੋਲਸ ਨੇ ਇਸ ਦੇ ਬਾਰੇ ਵੀਰਵਾਰ ਦੀ ਦੁਪਹਿਰ ਨੂੰ ਕੁਈਨਸ ਪਾਰਕ ਤੋਂ ਜਾਣਕਾਰੀ ਦਿੱਤੀ। ਉਸ ਦੌਰਾਨ ਜਦੋਂ ਉਹਨਾਂ ਨੇ ਜਾਣਕਾਰੀ ਦਿੱਤੀ ਤਾਂ ਕਿਹਾ ਕਿ ਉਹ ਤੇ ਉਹਨਾਂ ਦੀ ਪਤਨੀ ਇਹ ਟੀਕੇ ਨਹੀਂ ਲਗਵਾਉਣਾ ਚਾਹੁੰਦੇ, ਜਿਸ ਦੇ ਪਿੱਛੇ ਉਹਨਾਂ ਦਾ ਕੋਈ ਨਿੱਜੀ ਕਾਰਨ ਹੈ, ਜਿਸ ਤੋਂ ਕਰੀਬ 1 ਘੰਟੇ ਬਾਅਦ ਹੀ ਨਿਕੋਲਸ ਨੂੰ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ। ਇਸ ਤੋਂ 2 ਦਿਨ ਪਹਿਲਾਂ ਹੀ ਪ੍ਰੀਮੀਅਰ ਡਗਫੋਰਡ ਨੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਪਾਰਟੀ ਦੇ ਜਿੰਨੇ ਵੀ ਮੈਂਬਰ ਨੇ, ਜੇਕਰ ਉਹ ਕੋਵਿਡ-19 ਦੇ ਟੀਕੇ ਨਹੀਂ ਲਗਵਾਉਂਦੇ ਤਾਂ ਓਨਟਾਰੀਓ ਦੀ ਪੀਸੀ ਕਾਕਸ ਤੋਂ ਉਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ। ਵੀਰਵਾਰ ਸ਼ਾਮੀ 5 ਵਜੇ ਤੋਂ ਪਹਿਲਾਂ ਤੱਕ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ। ਇਸ ਸਮੇਂ ਓਨਟਾਰੀਓ ਦੇ 2 ਵਿਧਾਇਕ ਨੇ ਇਸ ਪਾਰਟੀ ਦੇ ਵੱਲੋਂ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਲਗਵਾਉਣ ਤੋਂ ਇਨਕਾਰ ਕੀਤਾ ਹੈ। ਇੱਕ ਤਾਂ ਨਿਕੋਲਸ ਨੇ ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ, ਦੂਜੇ ਕ੍ਰਿਸਟੀਨਾ ਮਿਟਾਸ ਨੇ ਜੋ ਕਿ ਸਕਾਰਬਰੋ ਸੈਂਟਰ ਤੋਂ ਵਿਧਾਇਕ ਹੈ। ਉਹਨਾਂ ਦਾ ਕੋਈ ਮੈਡੀਕਲ ਦੇ ਕਰਕੇ ਕਾਰਨ ਹੈ, ਜਿਸ ਕਰਕੇ ਉਹਨਾਂ ਨੂੰ ਛੋਟ ਮਿਲੀ ਹੋਈ ਹੈ ਕਿ ਉਹ ਕੋਵਿਡ-19 ਦਾ ਟੀਕਾ ਨਾ ਲਗਵਾਉਣ, ਪਰ ਨਿਕੋਲਸ ਨੇ ਆਪਣੀ ਮਰਜ਼ੀ ਦੇ ਨਾਲ ਹੀ ਕੋਵਿਡ-19 ਦਾ ਟੀਕਾ ਲਗਵਾਉਣ ਤੋਂ ਇਨਕਾਰ ਕੀਤਾ, ਤਾਂ ਕਰਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ। ਇਸ ਸਮੇਂ ਕੈਨੇਡਾ ਭਰ ਵਿੱਚ ਵੱਖੋ-ਵੱਖਰੇ ਸੂਬੇ ਤੇ ਕੈਨੇਡਾ ਸਰਕਾਰ ਨੇ ਜੋ ਪਹਿਲਾਂ ਐਲਾਨ ਕੀਤੇ ਸੀ ਉਸ ਮੁਤਾਬਕ ਕਾਫੀ ਸਖਤੀ ਦੇ ਨਾਲ ਸਾਰਿਆਂ ਨੂੰ ਕੋਵਿਡ-19 ਦੇ ਟੀਕੇ ਲਗਵਾਉਣ ਦੇ ਵਾਸਤੇ ਕਿਹਾ ਜਾ ਰਿਹਾ ਹੈ। ਇੱਕ ਪਾਸੇ ਤਾਂ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਤੀਜੇ ਭੁਗਤਣੇ ਪੈ ਸਕਦੇ ਨੇ ਜੇਕਰ ਕੋਈ ਟੀਕੇ ਨਹੀਂ ਲਗਵਾਉਂਦਾ, ਤਾਂ ਦੂਜੇ ਪਾਸੇ ਕਾਫੀ ਸਹੂਲਤਾਂ ਦੇ ਵਾਸਤੇ ਇਸ ਸਮੇਂ ਇਹ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਦੇ ਵਾਸਤੇ ਹੀ ਹੋਣਗੀਆਂ ਜਿਨ੍ਹਾਂ ਨੇ ਕੋਵਿਡ-19 ਦੇ ਟੀਕੇ ਲਗਵਾਏ ਹੋਏ ਨੇ। ਕੈਨੇਡਾ ਦੇ ਜਿਹੜੇ ਵੱਡੇ ਸ਼ਹਿਰ ਨੇ ਜਿੱਥੇ ਕਿ ਜ਼ਿਆਦਾ ਆਬਾਦੀ ਹੈ, ਜ਼ਿਆਦਾ ਗਿਣਤੀ ਵਿੱਚ ਲੋਕ ਉੱਥੇ ਆਉਂਦੇ ਨੇ ਤੇ ਉੱਥੇ ਕੰਮ ਵੀ ਜ਼ਿਆਦਾ ਹੋਣ ਕਰਕੇ ਉਹ ਰਹਿਣਾ ਪਸੰਦ ਕਰਦੇ ਨੇ, ਪਰ ਘਰਾਂ ਦੀ ਮਹਿੰਗਾਈ ਤੇ ਨਾਲ ਹੀ ਕਿਰਾਏ ਉੱਤੇ ਜਿਹੜੇ ਘਰ ਲਏ ਜਾਂਦੇ ਨੇ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਫਿਰ ਵੀ ਉੱਥੇ ਜਿਹੜੇ ਰਹਿੰਦੇ ਨੇ, ਹੁਣ ਟੋਰਾਂਟੋ ਤੋਂ ਇੱਕ ਮਾਮਲਾ ਸਾਹਮਣੇ ਆਇਆ ਕਿ ਉੱਥੇ ਕਈ ਮਕਾਨ ਮਾਲਕਾਂ ਦੇ ਵੱਲੋਂ ਕਿਰਾਏ ਉੱਤੇ ਘਰ ਸਿਰਫ ਦੇਖਣ ਵਾਸਤੇ ਜਿਹੜੇ ਆਉਂਦੇ ਨੇ ਉਹ ਫਾਰਮ ਭਰਵਾਉਣ ਦੇ ਲਈ ਹੀ ਫੀਸ ਵਸੂਲੀ ਜਾ ਰਹੀ ਹੈ। ਓਨਟਾਰੀਓ ਵਿੱਚ ਕਈ ਘਰਾਂ ਦੇ ਮਾਲਕ ਇਸ ਸਮੇਂ ਇੱਕ ਫੀਸ ਲੈ ਰਹੇ ਨੇ ਉਹਨਾਂ ਦੇ ਵਾਸਤੇ ਜਿਨ੍ਹਾਂ ਨੇ ਕਿਰਾਏ ਦੇ ਉੱਤੇ ਘਰ ਲੈਣਾ ਹੈ ਤੇ ਉਹ ਸਿਰਫ ਘਰ ਨੂੰ ਦੇਖਣ ਦੇ ਵਾਸਤੇ ਵੀ ਆਉਂਦੇ ਨੇ ਕਿ ਉਹਨਾਂ ਦੇ ਵੱਲੋਂ ਜੋ ਫਾਰਮ ਭਰਿਆ ਜਾਂਦਾ ਹੈ ਉਸ ਦੇ ਵਾਸਤੇ ਵੀ ਫੀਸ ਲਈ ਜਾ ਰਹੀ ਹੈ ਜੋ ਗੈਰ ਕਾਨੂੰਨੀ ਹੈ। ਇਸ ਦੇ ਬਾਰੇ ਮਾਹਰਾਂ ਦੇ ਵੱਲੋਂ ਕਿਹਾ ਗਿਆ ਹੈ। ਦਰਅਸਲ ਇਸ ਸਮੇਂ ਅਪਾਰਟਮੈਂਟ, ਕੌਂਡੋ ਜਾਂ ਫਿਰ ਕੋਈ ਘਰ ਕਿਸੇ ਨੇ ਕਿਰਾਏ ਤੇ ਲੈਣਾ ਹੋਵੇ ਤਾਂ ਕਿਰਾਏ ਕਾਫੀ ਜ਼ਿਆਦਾ ਪਹਿਲਾਂ ਨਾਲੋਂ ਵਧਣ ਲੱਗੇ ਨੇ। ਜੋ ਕੋਵਿਡ-19 ਦੀ ਮਹਾਮਾਰੀ ਤੋਂ ਪਹਿਲਾਂ ਦੇ ਹਾਲਾਤ ਸਨ ਉਹ ਮੁੜ ਤੋਂ ਆਉਂਦੇ ਦਿਖਾਈ ਦੇ ਰਹੇ ਨੇ। ਇਸ ਸਮੇਂ ਟੋਰਾਂਟੋ ਤੇ ਆਟਵਾ ਤੋਂ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਜਦੋਂ ਵਿਅਕਤੀਆਂ ਦੇ ਵੱਲੋਂ ਘਰ ਦੇਖਣ ਦੇ ਵਾਸਤੇ ਫਾਰਮ ਭਰਿਆ ਜਾਂਦਾ ਤਾਂ ਉਹਨਾਂ ਤੋਂ $45 ਮੰਗੇ ਜਾ ਰਹੇ ਨੇ ਜੋ ਕਿ ਨਾਨ ਰਿਫੰਡੇਬਲ ਫੀਸ ਹੈ, ਯਾਨੀ ਕਿ ਉਹ ਫੀਸ ਵਾਪਸ ਵੀ ਨਹੀਂ ਮਿਲ ਸਕਦੀ ਤੇ ਸਿਰਫ ਇਸ ਕਰਕੇ $45 ਫਾਰਮ ਭਰੇ ਦੇ ਲਏ ਜਾਂਦੇ ਨੇ ਕਿ ਜੇਕਰ ਕਿਸੇ ਨੇ ਘਰ ਦੇਖਣਾ ਹੈ, ਉਹ ਕਿਰਾਏ ਤੇ ਲੈਣਾ ਹੈ ਜਾਂ ਨਹੀਂ ਉਹ ਵੱਖਰੀ ਗੱਲ ਹੈ, ਸਿਰਫ ਦੇਖਣ ਦੇ $45 ਲਏ ਜਾ ਰਹੇ ਨੇ ਜੋ ਕਿ ਸਾਰੇ ਹੀ ਘਰਾਂ ਦੇ ਮਾਲਕਾਂ ਦੇ ਵੱਲੋਂ ਨਹੀਂ ਸਗੋਂ ਕਈਆਂ ਦੇ ਵੱਲੋਂ ਲਏ ਜਾ ਰਹੇ ਨੇ ਤੇ ਇਹ ਗੈਰ ਕਾਨੂੰਨੀ ਹੈ। ਇਸ ਦੇ ਵਾਸਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਉਹਨਾਂ ਤੋਂ ਕੋਈ ਘਰ ਦੇਖਣ ਦੇ ਵਾਸਤੇ ਕੁਝ ਇਸ ਤਰ੍ਹਾਂ ਫੀਸ ਮੰਗਦਾ ਹੈ ਤਾਂ ਉਹ ਫੀਸ ਨਾ ਦਿੱਤੀ ਜਾਵੇ ਕਿਉਂਕਿ ਇਹ ਗੈਰ ਕਾਨੂੰਨੀ ਹੈ। ਤਾਂ ਉਹ ਸਾਫ਼ ਤੌਰ ਦੇ ਉੱਤੇ ਕਹਿ ਸਕਦੇ ਨੇ ਕਿ ਉਹਨਾਂ ਨੇ ਉਹ ਫੀਸ ਨਹੀਂ ਦੇਣੀ ਉਸ ਥਾਂ ਨੂੰ ਦੇਖਣ ਦੇ ਵਾਸਤੇ। ਇਸ ਮੌਕੇ ਸੀਟੀਵੀ ਦੇ ਵੱਲੋਂ ਇੱਕ ਰਿਪੋਰਟ ਵੀ ਛਾਪੀ ਗਈ ਹੈ ਜਿਸ ਦੇ ਵਿੱਚ ਕਈ ਲੋਕਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਨੇ ਜੋ ਉਹਨਾਂ ਨੇ ਘਰ ਦੇਖਣ ਦੇ ਵਾਸਤੇ ਫਾਰਮ ਭਰੇ ਤਾਂ ਉਹਨਾਂ ਤੋਂ ਫੀਸ ਮੰਗੀ ਗਈ, ਜਿਸ ਨੂੰ ਲੈ ਕੇ ਉਹਨਾਂ ਨੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕੀਤਾ। ਵੈਨਕੂਵਰ ਦੇ ਸਟੈਨਲੇ ਪਾਰਕ ਤੋਂ ਇੱਕ ਵਾਰ ਮੁੜ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਕਿਊਟੀ ਨੇ ਇੱਕ ਵਿਅਕਤੀ ਦੇ ਉੱਤੇ ਹਮਲਾ ਕੀਤਾ। ਹੁਣ ਤੱਕ ਵੱਡੀ ਗਿਣਤੀ ਦੇ ਵਿੱਚ ਇਹ ਮਾਮਲੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਸਾਹਮਣੇ ਆ ਚੁੱਕੇ ਨੇ। ਕੰਜ਼ਰਵੇਸ਼ਨ ਆਫੀਸਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਵੈਨਕੂਵਰ ਦੇ ਸਟੈਨਲੇ ਪਾਰਕ ਵਿੱਚ ਇੱਕ ਵਾਰ ਫਿਰ ਤੋਂ ਕਿਊਟੀ ਦੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਜੋ ਕਿ ਟ੍ਰੇਲ ਦੇ ਉੱਤੇ ਤੁਰ ਰਿਹਾ ਸੀ, ਦੱਖਣ ਪੱਛਮੀ ਹਿੱਸੇ ਦੇ ਵਿੱਚ ਪਾਰਕ ਦੇ ਉਸਦੀ ਲੱਤ ਦੇ ਉੱਤੇ ਕਿਊਟੀ ਨੇ ਹਮਲਾ ਕਰ ਦਿੱਤਾ ਮੰਗਲਵਾਰ ਦੀ ਰਾਤ ਨੂੰ, ਜਿਸ ਦੀ ਹਾਲਤ ਗੰਭੀਰਤਾ ਨਹੀਂ ਹੈ ਪਰ ਉਹ ਜ਼ਖਮੀ ਹੋਇਆ ਹੈ।
69 ਸਾਲ ਉਸ ਵਿਅਕਤੀ ਦੀ ਉਮਰ ਦੱਸੀ ਗਈ ਹੈ। ਇਸ ਤੋਂ ਪਹਿਲਾਂ ਦਰਜਨਾਂ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਕਿਉਟੀਆਂ ਵੱਲੋਂ ਵਿਅਕਤੀਆਂ ਦੇ ਉੱਤੇ ਹਮਲੇ ਕੀਤੇ ਗਏ ਨੇ, ਜਿਸ ਤੋਂ ਬਾਅਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਖਾਸ ਤੌਰ ਦੇ ਉੱਤੇ ਦੇਰ ਰਾਤ ਜਾਂ ਫਿਰ ਤੜਕਾ ਜਦੋਂ ਹੁੰਦਾ ਸਵੇਰੇ ਪਾਰਕ ਦੇ ਵਿੱਚ ਤੁਰ ਕੇ ਇਕੱਲੇ ਨਾ ਹੀ ਆਇਆ ਜਾਵੇ ਤਾਂ ਜ਼ਿਆਦਾ ਵਧੀਆ ਹੈ ਕਿ ਉੱਥੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ। ਜੇਕਰ ਆਪਣੀ ਸੁਰੱਖਿਆ ਦੇ ਵਾਸਤੇ ਤੁਸੀਂ ਧਿਆਨ ਰੱਖਦੇ ਹੋ, ਕਿਉਟੀਆਂ ਖਾਸ ਤੌਰ ਦੇ ਉੱਤੇ ਸਵੇਰੇ ਤੇ ਸ਼ਾਮ ਦੇ ਸਮੇਂ ਜ਼ਿਆਦਾ ਹਮਲਾ ਕਰਦੀਆਂ ਨੇ। ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਇਸ ਸਮੇਂ ਕੁਝ ਮਹੀਨਿਆਂ ਦੇ ਵਿੱਚ ਹੀ 2 ਦਰਜਨ ਤੋਂ ਵੱਧ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਵਿਅਕਤੀਆਂ ਦੇ ਉੱਤੇ ਕਿਉਟੀ ਨੇ ਹਮਲਾ ਕੀਤਾ, ਜਿਸ ਦੇ ਵਿੱਚ ਛੋਟੇ ਬੱਚੇ ਵੀ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਇਹ ਹਮਲੇ ਹੋਏ ਨੇ। ਸਰੀ ਤੋਂ ਇੱਕ ਵਿਅਕਤੀ ਦੇ ਲਾਪਤਾ ਹੋਣ ਦੇ ਬਾਰੇ ਸਰੀ ਆਰਸੀਐਮਪੀ ਨੇ ਜਾਣਕਾਰੀ ਸਾਂਝੀ ਕੀਤੀ ਹੈ, ਜਿਨ੍ਹਾਂ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਗਈ ਹੈ। ਸਰੀ ਆਰਸੀਐਮਪੀ ਨੇ ਇੱਕ ਲਾਪਤਾ ਵਿਅਕਤੀ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ, ਜੋ ਕਿ ਨਿਊਟਨ ਖੇਤਰ ਤੋਂ ਲਾਪਤਾ ਹੋਏ। 35 ਸਾਲ ਉਹਨਾਂ ਦੀ ਉਮਰ ਹੈ। 18 ਅਗਸਤ ਨੂੰ ਸ਼ਾਮੀ 4 ਵਜੇ ਆਖਰੀ ਵਾਰ 12100 ਬਲਾਕ ਤੇ 78 ਐਵੇਨਿਊ ਦੇ ਉੱਤੇ ਇੱਕ ਘਰ ਦੇ ਕੋਲ ਉਹਨਾਂ ਨੂੰ ਦੇਖਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਕਿਸੇ ਨੇ ਨਹੀਂ ਦੇਖਿਆ। ਜਿਨ੍ਹਾਂ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ 35 ਸਾਲਾ ਉਹ ਵਿਅਕਤੀ ਹੈ ਜਿਨ੍ਹਾਂ ਦਾ ਨਾਮ ਅਲਫਾਜ਼ ਇਸਮਾਇਲ ਹੈ, ਜੋ ਕਿ ਇੱਕ ਫੀਜੀਅਨ ਵਿਅਕਤੀ ਹੈ, ਜਿਨ੍ਹਾਂ ਦਾ ਕੱਦ 5 ਫੁੱਟ 9 ਇੰਚ ਦੇ ਕਰੀਬ ਦੱਸਿਆ ਗਿਆ ਹੈ। ਗੂੜੀਆਂ ਭੂਰੀਆਂ ਅੱਖਾਂ ਨੇ, ਛੋਟੇ ਕਾਲੇ ਵਾਲ ਨੇ ਤੇ ਕੁਝ ਟੈਟੂ ਵੀ ਬਣਾਏ ਹੋਏ ਨੇ। ਉਹਨਾਂ ਦੇ ਆਪਣੇ ਹੱਥ ਦੇ ਉੱਤੇ ਵੀ ਟੈਟੂ ਹੈ ਤੇ ਗਰਦਨ ਦੇ ਉੱਤੇ ਵੀ ਟੈਟੂ ਨੇ। ਜਿਨ੍ਹਾਂ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੇ ਕਿਹਾ ਉਹਨਾਂ ਨੂੰ ਜ਼ਰੂਰ ਦੱਸਿਆ ਜਾਵੇ। ਇਹ ਤਸਵੀਰ ਵੀ ਪੁਲਿਸ ਨੇ ਹੀ ਸਾਂਝੀ ਕੀਤੀ ਹੈ। ਪਰਿਵਾਰ ਤੇ ਪੁਲਿਸ ਨੂੰ ਉਹਨਾਂ ਦੀ ਸਿਹਤ ਤੇ ਨਾਲ ਹੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋ ਰਹੀ ਹੈ, ਜਿਨ੍ਹਾਂ ਨੂੰ ਆਖਰੀ ਵਾਰ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਦੇਖਿਆ ਗਿਆ ਸੀ। ਜਿਨ੍ਹਾਂ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਸਰੀ ਆਰਸੀਐਮਪੀ ਨਾਲ 604 5990 502 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਗੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਤਾਜ਼ਾ ਪੀਆਰ ਦੇ ਵਾਸਤੇ ਡਰਾਅ ਕੱਢਿਆ ਹੈ। CEC ਕਲਾਸ ਯਾਨੀ ਕਿ ਜਿਨ੍ਹਾਂ ਨੂੰ ਕੈਨੇਡਾ ਵਿੱਚ ਕੰਮ ਕਰਨ ਦਾ ਅਨੁਭਵ ਹੈ, ਉਹਨਾਂ ਦੇ ਵਾਸਤੇ ਡਰਾਅ ਕੱਢਿਆ ਗਿਆ ਹੈ। ਉਸ ਦੇ ਬਾਰੇ ਹੁਣ ਤੁਹਾਨੂੰ ਜਾਣਕਾਰੀ ਦਵਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ ਤਾਜ਼ਾ ਡਰਾਅ ਕੱਢਿਆ ਹੈ। ਅਗਸਤ 19 ਨੂੰ ਐਕਸਪ੍ਰੈਸ ਐਂਟਰੀ ਤਹਿਤ ਕੱਢੇ ਗਏ ਇਸ ਡਰਾਅ ਵਿੱਚ 3000 ਜਣਿਆਂ ਨੂੰ ਪੀਆਰ ਦੇ ਵਾਸਤੇ ਇਨਵੀਟੇਸ਼ਨ ਭੇਜੇ ਗਏ ਨੇ, ਜਿਸ ਦੇ ਵਿੱਚ CEC ਕਲਾਸ ਦੇ ਅਧੀਨ ਜਿਨ੍ਹਾਂ ਨੇ ਫਾਈਲਾਂ ਲਾਈਆਂ ਸੀ, ਯਾਨੀ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ, ਜਿਨ੍ਹਾਂ ਦਾ ਘੱਟੋ ਘੱਟ 1 ਸਾਲ ਦਾ ਕੈਨੇਡਾ ਵਿੱਚ ਕੰਮ ਕਰਨ ਦਾ ਤਜਰਬਾ ਤੇ ਨਾਲ ਹੀ ਹੋਰ ਵੀ ਯੋਗਤਾ ਨੂੰ ਪੂਰਾ ਕਰਦੇ ਨੇ, ਉਹਨਾਂ ਦੇ ਵਾਸਤੇ ਇਹ ਇਨਵੀਟੇਸ਼ਨ ਭੇਜੇ ਗਏ ਨੇ, ਜਿਸ ਦੇ ਵਿੱਚ ਘੱਟੋ ਘੱਟ CRS ਸਕੋਰ 403 ਤੱਕ ਗਿਆ ਹੈ। ਇਸ ਦੇ ਨਾਲ ਹੀ ਘੱਟੋ ਘੱਟ ਸਕੋਰ ਦੇ ਉੱਤੇ ਜ਼ਿਆਦਾ ਫਾਈਲਾਂ ਦੀ ਗਿਣਤੀ ਆਉਂਦੀ ਸੀ ਤਾਂ ਉਸ ਦੇ ਵਿੱਚ ਚੋਣ ਕਰਨ ਦੇ ਵਾਸਤੇ ਪਹਿਲਾਂ ਉਹਨਾਂ ਨੂੰ ਚੁਣਿਆ ਗਿਆ ਜਿਨ੍ਹਾਂ ਨੇ ਅਗਸਤ 1, 2021 ਨੂੰ ਐਕਸਪ੍ਰੈਸ ਐਂਟਰੀ ਤਹਿਤ ਆਪਣੀ ਪ੍ਰੋਫਾਈਲ ਜਮ੍ਹਾਂ ਕਰਵਾਈ ਸੀ। ਇਸ ਸਮੇਂ ਜਿਵੇਂ ਕਿ CEC ਕਲਾਸ ਦੇ ਤਹਿਤ ਹੀ ਇਨਵੀਟੇਸ਼ਨ ਭੇਜੇ ਜਾ ਰਹੇ ਨੇ ਤੇ ਹੁਣ ਤੱਕ ਵੱਡੀ ਗਿਣਤੀ ਵਿੱਚ ਇਨਵੀਟੇਸ਼ਨ ਭੇਜੇ ਜਾ ਚੁੱਕੇ ਨੇ, ਜਿਸ ਦੇ ਵਿੱਚ ਫਰਵਰੀ ਮਹੀਨੇ ਜੋ ਇਨਵੀਟੇਸ਼ਨ ਭੇਜੇ ਗਏ ਜਿਸ ਦੇ ਵਿੱਚ ਘੱਟੋ ਘੱਟ ਸਕੋਰ 75 ਤੱਕ ਹੀ ਰਹਿ ਗਿਆ ਸੀ, ਉਸ ਦੇ ਨਾਲ ਇਹ ਗਿਣਤੀ ਕਾਫੀ ਜ਼ਿਆਦਾ ਵਧੀ ਹੈ। ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।